ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਇਤਿਹਾਸ ਤੋਂ ਜਾਣੂ ਹਾਂ ਕਿ ਗੁਰੂ ਘਰ ਦਾ ਦੋਖੀ ਚੰਦੂ ਆਪਣੀ ਪੁੱਤਰੀ ਦਾ ਰਿਸ਼ਤਾ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਪਰ ਗੁਰੂ ਘਰ ਦਾ ਦੋਖੀ ਹੋਣ ਕਰਕੇ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਇਹ ਰਿਸ਼ਤਾ ਕਰਨ ਤੋਂ ਮਨਾ ਕਰ ਦਿੱਤਾ ਤੇ ਗੁਰਬਾਣੀ ਦੇ ਕਥਨ ਅਨੁਸਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਗੁਰੂ ਜੀ ਨੇ ਸੰਗਤ ਦਾ ਹੁਕਮ ਮੰਨਦੇ ਹੋਏ ਇਹ ਰਿਸ਼ਤਾ ਕਰਨ ਤੋਂ ਮਨਾ ਕਰ ਦਿੱਤਾ। ਚੰਦੂ ਨੇ ਇੱਕ ਦੋ ਵਾਰ ਲਾਗੀ ਭੇਜੇ ਸਨ, ਰਿਸ਼ਤਾ ਨਹੀਂ ਲਿਆ ਤੇ ਚੰਦੂ ਦੇ ਚਿੱਤ ਵਿੱਚ ਬੜੀ ਚਿੰਤਾ ਜਾਗੀ। ਬਹੁਤ ਧਨ ਦੇਣ ਬਾਰੇ ਵੀ ਕਿਹਾ ਅਤੇ ਇਹ ਵੀ ਕਿਹਾ ਕਿ ਮੈਂ ਤੁਹਾਡੇ ਸਭ ਕੰਮ ਕਰਾਂਗਾ ਕਿਉਂਕਿ ਬਾਦਸ਼ਾਹ ਦੇ ਨੇੜੇ ਰਹਿੰਦਾ ਹਾਂ। ਫਿਰ ਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦੀ ਗੱਲ ਨਹੀਂ ਮੰਨੀ, ਉਸ ਨੂੰ ਵੱਡਾ ਮੂਰਖ ਅਤੇ ਹੰਕਾਰੀ ਜਾਣਿਆ। ਹੰਕਾਰ ਕਰਕੇ ਜੋ ਬੋਲ ਵਿਗਾੜ ਕੀਤਾ ਹੈ, ਸਿੱਖਾਂ ਨੇ ਆਪਣੇ ਗੁਰੂ ਜੀ ਨੂੰ ਗਾਲ ਦਿੱਤੀ ਸਮਝ ਕੇ ਗੁਰੂ ਜੀ ਨੂੰ ਕਹਿ ਦਿੱਤਾ ਕਿ ਇਸ ਹੰਕਾਰੀ ਦਾ ਰਿਸ਼ਤਾ ਨਾ ਲਵੋ, ਨੀਚਾਂ ਵਾਂਗ ਅਨਾਦਰ ਕੀਤਾ ਹੈ। ਚੰਦੂ ਨੇ ਆਪਣੇ ਆਪ ਨੂੰ ਵੱਡਾ ਮੰਨ ਕੇ ਹੰਕਾਰ ਕੀਤਾ ਸੀ। ਖੱਤਰੀਆਂ ਦੀ ਕੁੱਲ ਜਿੱਥੇ ਕਿੱਥੇ ਜੋ ਹੈ, ਉੱਥੇ ਉੱਥੇ ਚੰਦੂ ਦੀ ਹਾਨੀ ਹੋਈ। ਦਿੱਲੀ, ਲਾਹੌਰ ਆਦਿ ਸ਼ਹਿਰਾਂ ਵਿੱਚ ਸਾਰੇ ਹੀ ਭਲਾ ਬੁਰਾ ਵਿਚਾਰ ਕੇ ਕਹਿੰਦੇ ਸਨ। ਸਿੱਖ ਸੰਗਤ ਨੇ ਬੇਨਤੀ ਭੇਜੀ ਸੀ, ਉਹਨਾਂ ਦੀ ਬੇਨਤੀ ਦਾਸ ਸਮਝ ਕੇ ਮੰਨ ਲਈ। ਚੰਦੂ ਬਹੁਤ ਕਹਿ ਰਿਹਾ ਹੈ ਪਰ ਉਹ ਆਪਣੀ ਗੱਲ ਤੋਂ ਮੁੜੇ ਨਹੀਂ ਹਨ। ਆਪਣੇ ਸਪੁੱਤਰ ਦਾ ਵਿਆਹ ਹੋਰ ਥਾਂ ਕਰ ਦਿੱਤਾ। ਪ੍ਰਿਥੀਏ ਪਾਸ ਜਿਹੜਾ ਵੀ ਮਨੁੱਖ ਜਾਂਦਾ ਸੀ, ਜਿਵੇਂ ਹੋਈ ਸੀ ਉਸ ਬਾਰੇ ਬਹੁਤ ਕਹਿੰਦੇ ਸਨ, ਪਰ ਪ੍ਰਿਥੀਆ ਛੋਟੇ ਭਰਾ ਦੀ ਕੀਰਤੀ ਨਹੀਂ ਸੀ ਜਰ ਸਕਦਾ। ਅਗਨੀ ਤੋਂ ਬਗੈਰ ਹੀ ਉਸ ਦਾ ਹਿਰਦਾ ਸੜਦਾ ਸੀ। ਅਨੇਕ ਪ੍ਰਕਾਰ ਦੇ ਯਤਨ ਚਿੱਤ ਵਿੱਚ ਸੋਚਦਾ ਸੀ। ਦੁਸ਼ਮਣ ਨਾਲ ਕੋਈ ਕਾਰਜ ਵੀ ਸਿਰੇ ਨਹੀਂ ਸੀ ਚੜ ਰਿਹਾ। ਦਿਨ ਪ੍ਰਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਆਨੰਦ ਬਹੁਤ ਵੱਧ ਰਿਹਾ ਸੀ। ਮੈਂ ਸਦਾ ਨਿਰਬਲ ਹੀ ਹੋਇਆ ਹਾਂ, ਦੁੱਖ ਹੀ ਪਾਇਆ ਹੈ। ਆਪਣੇ ਪਿਤਾ ਦੇ ਇੱਕ ਪੁੱਤਰ ਨੂੰ ਵੀ ਮੈਂ ਮਾਰ ਨਹੀਂ ਸਕਿਆ, ਉਹ ਫੜਾਇਆ ਵੀ ਨਹੀਂ ਗਿਆ। ਮੈਂ ਬਾਦਸ਼ਾਹ ਦੇ ਪਾਸ ਵੀ ਗਿਆ ਸੀ, ਸੁਲਹੀ ਆਦਿ ਵੀ ਕੁਝ ਨਹੀਂ ਕਰ ਸਕਿਆ। ਹੁਣ ਮੌਕਾ ਪਾ ਕੇ ਫਿਰ ਯਤਨ ਕਰਾਂਗਾ ਜਿਸ ਤਰ੍ਹਾਂ ਦੁਸ਼ਮਣ ਨੂੰ ਮਾਰਿਆ ਜਾ ਸਕੇ। ਇੱਕ ਵਾਰ ਸੁਲਹੀ ਨੂੰ ਲਿਖ ਕੇ ਇਸ ਥਾਂ ਉਸ ਦੀ ਅਸਵਾਰੀ ਮੰਗਵਾਉਂਦਾ ਹਾਂ। ਜੇ ਉਹ ਸਾਡੇ ਉੱਤੇ ਕੁਝ ਉਪਕਾਰ ਕਰਨਾ ਚਾਹੁੰਦਾ ਹੈ ਤਾਂ ਇੱਥੇ ਆ ਕੇ ਸ਼੍ਰੀ ਅਰਜਨ ਦੇਵ ਜੀ ਨੂੰ ਫੜੇ। ਚੰਦੂ ਦੇ ਨਾਲ ਸਲਾਹ ਕਰਕੇ ਉਸ ਨੂੰ ਇਸ ਤਰ੍ਹਾਂ ਫੜ ਲਵੇ ਜਿਵੇਂ ਰਾਹੂ ਚੰਦ ਨੂੰ ਫੜਦਾ ਹੈ। ਇਹ ਵਿਚਾਰ ਕਰਕੇ ਚਿੱਠੀ ਲਿਖਣ ਲੱਗਾ। ਗੁੱਸੇ ਨਾਲ ਦਿਨ ਰਾਤ ਛਾਤੀ ਧੁਖਦੀ ਰਹਿੰਦੀ ਹੈ। ਮੈਂ ਪ੍ਰਿਥੀਆ ਮੱਲ ਲਿਖਦਾ ਹਾਂ, ਇਹ ਮੇਰੇ ਦੋਸਤ ਸੁਣੋ, ਮੈਂ ਤੁਹਾਡੀ ਪ੍ਰੀਤ ਨੂੰ ਹੀ ਸਦਾ ਯਾਦ ਕਰਦਾ ਰਹਿੰਦਾ ਹਾਂ। ਤੂੰ ਮੇਰੇ ਸਾਰੇ ਕੰਮ ਕੀਤੇ ਹਨ, ਪਰ ਮੇਰੇ ਦੁਸ਼ਮਣ ਦਾ ਮੁੱਖ ਤੂੰ ਕਦੀ ਵੀ ਨਹੀਂ ਮੋੜਿਆ ਹੈ। ਤੂੰ ਤੇ ਮੈਂ ਮਿਲ ਕੇ ਬਹੁਤ ਉਪਾਅ ਕੀਤੇ ਹਨ, ਪਰ ਛੋਟੇ ਭਰਾ ਤੋਂ ਗੁਰਗੱਦੀ ਨਹੀਂ ਪਾ ਸਕਿਆ। ਮੈਂ ਤੇਰੀ ਮਿਹਰਬਾਨੀ ਚਾਹੁੰਦਾ ਹਾਂ, ਕਦੀ ਤਾਂ ਮੇਰੇ ਦੁਸ਼ਮਣ ਦੇ ਧੀਰੇ ਨੂੰ ਤੋੜ ਦਿਓ। ਉਸ ਦਾ ਜਗਤ ਵਿੱਚ ਬਹੁਤ ਪ੍ਰਤਾਪ ਵਧਿਆ ਹੈ, ਵੇਖ ਸੁਣ ਕੇ ਮੇਰਾ ਹਿਰਦਾ ਸੜ ਜਾਂਦਾ ਹੈ। ਇੱਧਰ ਆ ਕੇ ਮੇਰਾ ਕਾਰਜ ਕਰੋ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਮਾਰ ਕੇ ਗੁਰਤਾ ਦਿਵਾਓ। ਤੇਰੇ ਉੱਤੇ ਮੈਨੂੰ ਬਹੁਤ ਵੱਡਾ ਭਰੋਸਾ ਹੈ। ਦੁਸ਼ਮਣ ਬਹੁਤ ਵੱਧ ਗਿਆ ਹੈ, ਇਹ ਸਮਝ ਕੇ ਗੁੱਸੇ ਵਿੱਚ ਆਓ। ਇਸ ਤਰ੍ਹਾਂ ਚਿੱਠੀ ਲਿਖ ਕੇ ਹਲਕਾਰੇ ਨੂੰ ਭੇਜਿਆ। ਮੈਂ ਤੈਨੂੰ ਬਹੁਤ ਇਨਾਮ ਦਿਆਂਗਾ, ਇਹ ਮੇਰਾ ਕੰਮ ਕਰੋ। ਇਹ ਸੁਣ ਕੇ ਹਲਕਾਰਾ ਤੁਰੰਤ ਚੱਲ ਪਿਆ ਤੇ ਮਹਾਨਪੁਰੀ ਵਿੱਚ ਬੜੇ ਉਤਸ਼ਾਹ ਨਾਲ ਪਹੁੰਚ ਗਿਆ। ਸੁਲਹੀ ਨੂੰ ਮਿਲ ਕੇ ਬੜਾ ਦੀਨ ਹੋ ਕੇ ਸਲਾਮ ਕੀਤੀ। ਫਿਰ ਚਿੱਠੀ ਸੁਲਹੀ ਨੂੰ ਫੜਾ ਦਿੱਤੀ। ਆਪਣੇ ਦੋਸਤ ਦੇ ਹੱਥਾਂ ਦੀ ਲਿਖੀ ਹੋਈ ਚਿੱਠੀ ਖੋਲ੍ਹ ਕੇ ਪੜ੍ਹੀ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਕੀਰਤੀ ਹਿਰਦੇ ਵਿੱਚ ਬਹੁਤ ਰੜਕੀ। ਹਿਰਦੇ ਵਿੱਚ ਮੇਰਾ ਡਰ ਧਾਰਨ ਕਰਕੇ ਹੁਣ ਤੱਕ ਵੈਰੀ ਦੀ ਛਾਤੀ ਨਹੀਂ ਧੜਕੀ ਹੈ। ਮੇਰਾ ਵੱਡੇ ਹੋਣਾ ਫਜ਼ੂਲ ਹੈ ਜੇ ਮੈਂ ਹੁਣ ਤੱਕ ਮਿੱਤਰ ਨੂੰ ਸੁੱਖ ਨਹੀਂ ਦੇ ਸਕਿਆ ਤੇ ਵੈਰੀ ਦਾ ਮੂੰਹ ਨਹੀਂ ਮੋੜ ਸਕਿਆ। ਚਿੱਤ ਵਿੱਚ ਚਿੰਤਿਤ ਹੋ ਕੇ ਹਲਕਾਰੇ ਨੂੰ ਬੁਲਾਇਆ ਤੇ ਉਸ ਨੂੰ ਫਿਰ ਇਸ ਤਰ੍ਹਾਂ ਕਹਿਣ ਲੱਗਾ, ਮੇਰੇ ਬਾਰੇ ਉਹਨਾਂ ਨੂੰ ਕਹਿਣਾ ਕਿ ਸਭ ਆਨੰਦ ਕੁਸ਼ਲ ਹੈ। ਫਿਰ ਕੀ ਹੋ ਗਿਆ ਜੇ ਉਹਨਾਂ ਨੇ ਪੁੱਤਰ ਦਾ ਵਿਆਹ ਕਰ ਲਿਆ। ਮੈਂ ਬਾਦਸ਼ਾਹ ਪਾਸੋਂ ਆਗਿਆ ਲੈ ਕੇ ਇਸ ਪਾਸੇ ਆਵਾਂਗਾ। ਗੁਰੂ ਜੀ ਨੂੰ ਫੜਨ ਵਾਸਤੇ ਮੈਂ ਸਦਾ ਹੀ ਉਤਸ਼ਾਹਿਤ ਰਹਿੰਦਾ ਹਾਂ। ਮੈਂ ਚੰਦੂ ਤੋਂ ਬਗੈਰ ਹੀ ਉਹਨਾਂ ਨੂੰ ਮਾਰ ਲਵਾਂਗਾ, ਜਿਵੇਂ ਅਚਾਨਕ ਸੱਪ ਡੰਗ ਲੈਂਦਾ ਹੈ। ਤੁਸੀਂ ਧੀਰਜ ਧਾਰਨ ਕਰੋ, ਮੈਨੂੰ ਆਇਆ ਹੀ ਜਾਣੋ।
हे मेरे चतुर दोस्त सुनो, मैं तुहाडा काम करांगा, कुछ दिनां विच ही वेखਣਾ कि मैं आ ਰਿਹਾ ਹਾਂ। गुरु अर्जन देव जी ਨੂੰ मार के ਤੁਹਾਨੂੰ ਗੁਰਿਆਈ ਦੇਵਾਂਗਾ। तद मेरा मन शांत होवेगा जद तेरे दुश्मन ਨੂੰ मार लवांगा। इस तरह लिख के हलकारे ਨੂੰ चिट्ठी दे ਦਿੱਤੀ, पर मूर्ख अपना अंत ना जान सकिया। एलची चिट्ठी लैके तुरंत चल पिया जिथे उस समय अंदर ਪ੍ਰਿਥਿਆ बैठा होया सी। उसनों चिट्ठी दे ਦਿੱਤੀ। अपने दोस्त की चिट्ठी पढ़ के बहुत प्रसन्न होया, जिवें बहुत भुखे ने भोजन खाधा होवे। हुण जे आवे तां जिवें किवें करके छोटे भरा नूं मार देवेगा, जिहड़ा हर वेले मेरी छाती विच रड़कदा रहिंदा है। गुरता गद्दी नूं लैके मैं सब कुछ प्राप्त कर लवांगा। ਪ੍ਰਿਥਿਆ ने हलकारे नूं 20 चांदी के सिक्के इनाम वजों दिते, जिस करके सुलही उसका कारज पूरा करेगा। दिल्ली की संगत विच यह बृतांत फैल गया। यह तुर्क बहुत बुरी तरह बोलिया है। सारिਆਂ ने एक बेनती लिखी, असी आप जी दे सारे दास आप जी नूं मत्था टेकदे हां। ਪ੍ਰਿਥਿਆ ਦਾ प्रेरिया होया जिवें सुलही बोलिया है, उसकी असी सारी जानकारी प्राप्त की है। कुछ दिनों विच आप जी दे देश विच आवेगा ते आग्या दे के आप नूं फड़ा देवेगा। जिस तरह भी हो सके आप जी यतन करो, जां नगर नूं छड्ड के जंगल विच जा बसो, जां वड्डे भरा नाल जा मिलो। जो असी लिखिया है इस विच कोई शंका नहीं है। जहांगीर पास बहाना बनाउंदा है ते तुहाडे प्राणां दा नाश करना चाहुंदा है। इस तरह संगत ने चिट्ठी लिख के भेजी। जद गुरु जी दे पास पहुंची तां उन्हां ने खोल के पढ़ी। उस समय कई मसंद गुरु जी दे पास बैठे सन। ये गल सुन के जिवें उन्हां दे सीने विच तीर वजा होवे। सतगुरु जी पढ़ के चुप रह गए। जिहड़े मसंद नेड़े सी वो बोले, इस तरह तो बहुत माड़ी गल हुई है। वैरी आके वार करेगा। किसी उपाय तो बगैर ये कष्ट दूर नहीं होना। ना साधन योग विपता भी कोई उपाय करन नाल ही साधी जा सकती है। चंदू अते सुलही बादशाह दे पास रहन करके हंकार नाल बहुत ज़्यादा आफर गए हैं। उन्हां नूं बड़े प्यार नाल मिलो ताकि जिहड़ा वैर वधिया है वो ठंडा हो जाए। नहीं तो आप जी विचार लो, वह बार बार मिल के बादशाह पास चुगलियां करता है, जिवें किवें बादशाह नूं गुस्से विच लिया रहा है। तुहाडा विगाड़ करन वास्ते तुहाडे पास आवेगा। मसंदां दीयां डराकलां वालियां गल्लां सुन के गुरु जी चुप रहे ते कुछ ना बोले। बाद विच मसंद फिर बोले, हे गुरु जी, तुर्क राज बहुत बलवान है, ये समझ लो। साडा तां कहना ही बनता है, तुसीं उस तरह ही करो जिवें तुहाडे मन नूं चंगा लगदा है। हुण चुप रहण दा समां नहीं है। पहलां यतन कर लैण नाल सब कुछ बन जाएगा। अग लग जाण ते फिर खूह किवें पुट्टांगे। सोचदिआं सोचदिआं सारा जल बह जावेगा, फिर बन मारन नाल की सरेगा। ਇਹ सुन के श्री गुरु अर्जन देव जी ने कहा, अपने चित्त विच ज़्यादा फिक्र ना करो। जो होना है वह जरूर ही हो के रहिंदा है। वह बुद्धि के बल नाल भी मिट नहीं सकता। जो वाहिगुरु का भाणा है वह किसी तरह भी बेकार नहीं जाना है। जो कुछ वाहिगुरु करना नहीं चाहता है वह कदी भी नहीं हुंदा है। मनुख भावें किन्ना भी जोर ला लवे, मन विच यह जान के भरोसा रखो, वेखदे रहो जिवें तमाशा हुंदा है। होर कार्य करन बारे सोच के सुलही जाना चाहता सी। इसलिए वह बादशाह के पास गया अते झुक के सलाम दुआ की। जद कहण दा मौका पाया तां सुलही बड़ा जोर ला के बोलिया, मैं माझे देश में जाना चाहता हाँ, उत्थे कुछ काम बहुत बिगड़ गए हैं। श्री अर्जन देव जी जगत विच अपने आप नूं गुरु कहाउंदे हन ते लोकां नूं कह के वो विगाड़दे हन। लोकां नूं मामला देण तों रोकदे हन। हज़ारां लोग उन्हां दी आग्या विच हन। जिहड़ा उन्हां ने विगाड़ पैदा कीता है उस नूं जाके सुधारांगा। जोर दे के मैं आप धन लियावांगा। मेरे जाण बगैर धन नहीं आवेगा। होर कोई भी बुद्धि दे बल नाल नहीं लिया सकता। ये सुन के बादशाह ने फरमाया, धन दे महान कार्य नूं जाके करो, छेती ही फिर वापस आ जाओ। फौज नूं नाल लैके चढ़ाई करो। सुलही ने बादशाह की आग्या प्राप्त कर ली। बहुत प्रसन्न होकर अपने घर नूं आ गया। फिर विचार करके चंदू के पास गया, मिल के सलाम करके बैठ गया। कहन लगा,
हे ਦੀਵਾਨ ਜੀ, ਮੇਰੀ ਗੱਲ ਸੁਣੋ। ਮੇਰਾ ਤੇ ਤੁਹਾਡਾ ਇੱਕ ਸਾਂਝਾ ਕਾਰਜ ਹੈ। ਜਿਸ ਨੇ ਤੁਹਾਡੀ ਲੜਕੀ ਦਾ ਰਿਸ਼ਤਾ ਮੋੜ ਦਿੱਤਾ ਹੈ, ਉਹ ਮੇਰਾ ਵੱਡਾ ਵੈਰੀ ਹੈ। ਮੈਂ ਹੁਣ ਚੱਲਿਆ ਹਾਂ, ਉਸ ਨੂੰ ਫੜ ਕੇ ਮਾਰ ਦਿਆਂਗਾ। ਉਸ ਨੂੰ ਸੁੱਖ ਨਾਲ ਛੱਡ ਕੇ ਨਹੀਂ ਆਵਾਂਗਾ। ਬਾਦਸ਼ਾਹ ਦੇ ਪਾਸ ਮੇਰੇ ਸਹਾਇਕ ਬਣੇ ਰਹੋ ਤੇ ਗੁਰੂ ਜੀ ਦੀ ਨਿੰਦਿਆ ਤੇ ਮੇਰੀ ਸ਼ਲਾਘਾ ਕਰਦੇ ਰਹੋ। ਤੁਹਾਡੇ ਵੈਰ ਦਾ ਜਦ ਬਦਲਾ ਲੈ ਕੇ ਆਵਾਂਗਾ, ਤਦ ਮੈਂ ਆਪਣਾ ਨਾਂ ਸੁਲਹੀ ਕਹਾਵਾਂਗਾ। ਮਾਝੇ ਦੇਸ਼ ਜਾਣ ਦੀ ਮੇਰੀ ਜ਼ਿੰਮੇਵਾਰੀ ਲੱਗੀ ਹੈ, ਫਿਰ ਮੈਂ ਕਿਉਂ ਤੁਹਾਡਾ ਕੰਮ ਨਹੀਂ ਕਰਾਂਗਾ। ਜਦ ਤੇਰੀ ਲੜਕੀ ਦਾ ਨਾਤਾ ਮੋੜ ਦਿੱਤਾ ਹੈ ਤਾਂ ਮੈਨੂੰ ਬਹੁਤ ਦੁੱਖ ਲੱਗਾ। ਜਾ ਕੇ ਫੜ ਲਵਾਂਗਾ ਜੇ ਉਸ ਸਥਾਨ ਤੋਂ ਨਾ ਭੱਜ ਗਿਆ ਹੋਇਆ। ਇਹ ਸੁਣ ਕੇ ਚੰਦੂ ਬਹੁਤ ਖੁਸ਼ ਹੋਇਆ ਤੇ ਸੁੱਖ ਪ੍ਰਾਪਤ ਕੀਤਾ। ਉਸਨੇ ਸੋਚਿਆ ਕਿ ਕੋਈ ਯਤਨ ਕਰਨ ਤੋਂ ਬਗੈਰ ਹੀ ਦੁਸ਼ਮਣ ਮਰ ਗਿਆ। ਇਹ ਕਹਿ ਕੇ ਬੜੇ ਕੀਮਤੀ ਕੱਪੜੇ ਲਏ ਤੇ ਬੜੇ ਪ੍ਰਸੰਨ ਹੋ ਕੇ ਸੁਲਹੀ ਨੂੰ ਦਿੱਤੇ। ਫਿਰ ਉਸ ਨੂੰ ਧੀਰਜ ਦੇ ਕੇ ਵਿਦਾ ਕੀਤਾ। ਸੁਲਹੀ ਨੇ ਆਪਣੀ ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ। ਹਲਕਾਰਾ ਬੜੀ ਤੇਜ਼ ਰਫ਼ਤਾਰ ਨਾਲ ਆਇਆ ਤੇ ਸਤਿਗੁਰੂ ਜੀ ਦੇ ਪਾਸ ਪਹੁੰਚ ਕੇ ਉਹਨਾਂ ਨੂੰ ਸਭ ਕੁਝ ਸੁਣਾਇਆ। ਗੁਰੂ ਜੀ ਨੇ ਉਸਦੇ ਹੱਥ ਵਿੱਚੋਂ ਚਿੱਠੀ ਲੈ ਕੇ ਪੜ੍ਹੀ। ਆਪ ਜੀ ਦੀ ਦਾਸ ਸਾਰੀ ਸਿੱਖ ਸੰਗਤ ਲਿਖਦੀ ਹੈ, ਹੁਣ ਸੁਲਹੀ ਚੱਲ ਪਿਆ ਹੈ। ਉਹ ਤੁਹਾਡੇ ਵੱਲ ਬੜੇ ਗੁੱਸੇ ਨਾਲ ਆ ਰਿਹਾ ਹੈ। ਹੇ ਪ੍ਰਭੂ ਜੀ, ਤੁਸੀਂ ਹਰ ਤਰ੍ਹਾਂ ਸਮਰੱਥ ਹੋ। ਸਾਡੀ ਤਾਂ ਇਹ ਕੁਝ ਵੇਖ ਕੇ ਛਾਤੀ ਧੜਕਦੀ ਹੈ। ਇਹ ਦੁਸ਼ਟ ਬਾਦਸ਼ਾਹ ਦਾ ਨਜ਼ਦੀਕੀ ਹੈ। ਕਿਤੇ ਗੁਰੂ ਜੀ ਨਾਲ ਕੋਈ ਬੁਰਾ ਵਰਤਾਓ ਨਾ ਕਰੇ। ਸਾਡੇ ਵਿੱਚ ਤਾਂ ਇੰਨੀ ਹੀ ਸਮਰੱਥਾ ਹੈ ਕਿ ਆਪ ਜੀ ਨੂੰ ਸੁਚੇਤ ਕਰੀਏ। ਇਸ ਲਈ ਤੁਰੰਤ ਏਲਚੀ ਦੇ ਹੱਥ ਬੇਨਤੀ ਪੱਤਰ ਭੇਜਿਆ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਬੇਨਤੀ ਪੱਤਰ ਪੜ੍ਹ ਕੇ ਚੁੱਪ ਰਹੇ। ਕੁਝ ਸਿੱਖ ਅਤੇ ਮਸੰਦ ਪਾਸ ਬੈਠੇ ਸਨ। ਸਾਰਿਆਂ ਨੇ ਬੜਾ ਫਿਕਰ ਕੀਤਾ, ਪਰ ਗੁਰੂ ਜੀ ਦੇ ਬਿਰਤਾਂਤ ਨੂੰ ਉਹ ਸਮਝਦੇ ਨਹੀਂ ਸਨ। ਫਿਰ ਸਾਰਿਆਂ ਨੇ ਜ਼ੋਰ ਦੇ ਕੇ ਕਿਹਾ, ਹੇ ਪ੍ਰਭੂ ਜੀ, ਹੁਣ ਕਿਹੜੇ ਯਤਨ ਬਾਰੇ ਸੋਚਿਆ ਹੈ ਜਿਸ ਕਰਕੇ ਸ਼ਾਂਤ ਚਿੱਤ ਬੈਠੇ ਹੋ, ਜਦ ਕਿ ਮਹਾਨ ਦੁਸ਼ਮਣ ਚੱਲਿਆ ਆ ਰਿਹਾ ਹੈ। ਅਸੀਂ ਧੀਰਜ ਖੋ ਬੈਠੇ ਹਾਂ। ਉਹ ਤੁਹਾਡੇ ਪਾਸ ਆ ਕੇ ਕੀ ਕਰੇਗਾ। ਸੈਨਾ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਜਿਸ ਦੇ ਸਾਹਮਣੇ ਜ਼ੋਰ ਨਾਲ ਸਾਹਮਣਾ ਕਰ ਸਕੀਏ। ਤੁਹਾਡੇ ਵੱਡੇ ਭਰਾ ਦਾ ਜਿਹੜਾ ਮਿੱਤਰ ਹੈ, ਉਹ ਕੁਝ ਵੀ ਚੰਗਾ ਮਾੜਾ ਨਹੀਂ ਵੇਖਦਾ। ਪਿਛਲੀ ਵਾਰ ਵੀ ਬੜੇ ਗੁੱਸੇ ਨਾਲ ਆਇਆ ਸੀ। ਜਿਵੇਂ ਤਿਵੇਂ ਕਰਕੇ ਮਸਾਂ ਹੀ ਵਾਪਸ ਮੋੜਿਆ ਸੀ। ਤੁਸੀਂ ਚੁੱਪ ਕਿਉਂ ਧਾਰਨ ਕੀਤੀ ਹੋਈ ਹੈ? ਜਿਵੇਂ ਅਸੀਂ ਕਰੀਏ ਉਸ ਬਾਰੇ ਸਾਨੂੰ ਸਮਝਾਓ। ਤੁਹਾਡਾ ਨੁਕਸਾਨ ਕਰਨ ਵਾਸਤੇ ਵੈਰੀ ਤੁਹਾਡੇ ਪਾਸ ਆ ਰਿਹਾ ਹੈ। ਤੁਸੀਂ ਉਸ ਤੋਂ ਬਚਾਅ ਕਰਨ ਦਾ ਕੋਈ ਉਪਾਅ ਨਹੀਂ ਬਣਾ ਰਹੇ। ਹੇ ਸਤਿਗੁਰੂ ਜੀ, ਜਾਂ ਤਾਂ ਉਸ ਨਾਲ ਮੇਲ ਮਿਲਾਪ ਕਰ ਲਓ ਜਾਂ ਇਹ ਥਾਂ ਛੱਡ ਕੇ ਕਿਸੇ ਹੋਰ ਥਾਂ ਚਲੇ ਜਾਓ। ਬਾਰ-ਬਾਰ ਸਿੱਖ ਸੰਗਤਾਂ ਦੀਆਂ ਬੇਨਤੀਆਂ ਤੇ ਗੁਰੂ ਜੀ ਨੇ ਕਿਰਪਾ ਧਾਰ ਕੇ ਸੰਗਤ ਨੂੰ ਕਿਹਾ, ਨਿਸ਼ਚਾ ਕਰੋ, ਕਿਉਂ ਤੁਸੀਂ ਡੋਲ ਗਏ ਹੋ। ਸਤਿਗੁਰੂ ਸਾਡੇ ਸਹਾਇਕ ਬਣਨਗੇ। ਉਹਨਾਂ ਦੁਸ਼ਟਾਂ ਉੱਤੇ ਭਾਰੀ ਵਿਪਤਾ ਆ ਪਵੇਗੀ। ਉਸ ਦਾ ਸਾਡੇ ਤੱਕ ਆਉਣਾ ਹੀ ਨਹੀਂ ਹੋਵੇਗਾ। ਦੁਸ਼ਟ ਦਾ ਰਾਹ ਵਿੱਚ ਹੀ ਨਿਬੇੜਾ ਹੋ ਜਾਏਗਾ। ਜਿਵੇਂ ਕੁੱਤਾ ਹਿਰਨਾਂ ਤੇ ਹਮਲਾ ਕਰਨ ਜਾ ਰਿਹਾ ਹੋਵੇ ਤੇ ਸ਼ੇਰ ਰਾਹ ਵਿੱਚ ਹੀ ਕੁੱਤੇ ਨੂੰ ਖਾ ਜਾਵੇ। ਇਹ ਸੁਣ ਕੇ ਸਾਰੇ ਸਿੱਖ ਸੇਵਕ ਬਹੁਤ ਪ੍ਰਸੰਨ ਹੋਏ, ਕਿਉਂਕਿ ਸਤਿਗੁਰੂ ਜੀ ਦੇ ਬਚਨ ਕਦੇ ਖਾਲੀ ਨਹੀਂ ਜਾਂਦੇ। ਚਿੰਤਾ ਰਹਿਤ ਹੋ ਗਏ ਤੇ ਡਰ ਖਤਮ ਹੋ ਗਿਆ। ਮਾਨੋ ਸੁਲਹੀ ਨੂੰ ਮਰ ਗਿਆ ਹੀ ਸਮਝ ਲਿਆ। ਸੰਗਤ ਦੀ ਗੱਲ ਸੁਣ ਕੇ ਹਲਕਾਰਾ ਦਿੱਲੀ ਨਗਰ ਵੱਲ ਤੁਰੰਤ ਚਲਾ ਗਿਆ। ਦਿੱਲੀ ਪਹੁੰਚ ਕੇ ਸੰਗਤਾਂ ਨੂੰ ਗੁਰੂ ਜੀ ਦੇ ਬਚਨ ਸੁਣਾਏ। ਉਸ ਦੀ ਗੱਲ ਸੁਣ ਕੇ ਸਾਰਿਆਂ ਦੇ ਮਨ ਵਿੱਚ ਚੈਨ ਆ ਗਿਆ। ਇੱਧਰ ਚੱਲਣ ਤੋਂ ਪਹਿਲਾਂ ਸੁਲਹੀ ਬੜੇ ਹੰਕਾਰ ਨਾਲ ਬੋਲਿਆ ਕਿ ਮੈਂ ਇੱਕ ਹਿੰਦੂ ਨੂੰ ਫੜਨ ਚੱਲਿਆ ਹਾਂ ਜਿਸ ਨਾਲ ਮੇਰਾ ਵੈਰ ਹੈ। ਉਹ ਵੀ ਫਕੀਰਾਂ ਦੇ ਬਰਾਬਰ ਹੈ। ਉਸ ਦੇ ਪਾਸ ਕਿਸੇ ਪ੍ਰਕਾਰ ਦੇ ਵੀ ਹਥਿਆਰ ਨਹੀਂ ਹਨ। ਪਹਿਲਾਂ ਮੈਂ ਆਪਣੇ ਦੋਸਤ ਨੂੰ ਮਿਲਾਂਗਾ। ਉਸ ਦੇਸ਼ ਵਿੱਚ ਮੈਨੂੰ ਸੁਪਨੇ ਵਿੱਚ ਵੀ ਕੋਈ ਡਰਾ ਨਹੀਂ ਸਕਦਾ। ਫਿਰ ਮਾਝੇ ਦੇ ਇਲਾਕੇ ਤੋਂ ਬਹੁਤ ਧਨ ਲੈ ਕੇ ਉਸ ਫਕੀਰ ਨੂੰ ਫੜ ਲਵਾਂਗਾ ਜਾਂ ਮਾਰ ਦਿਆਂਗਾ। ਬਾਦਸ਼ਾਹ ਦੇ ਪਾਸ ਇੱਕ ਮੇਰਾ ਸਹਾਇਕ ਚੰਦੂ ਹੈ। ਉਹ ਬੜਾ ਬਲਵਾਨ ਤੇ ਵੱਡਾ ਦੀਵਾਨ ਹੈ। ਉਸਨੇ ਪੁੱਤਰ ਦੋਸਤ ਸਾਰੇ ਸਾਥ ਲਏ। ਸਾਰਾ ਦਿਨ ਚੱਲੇ। ਫਿਰ ਰਾਤ ਪੈ ਗਈ। ਰਾਹੇ ਰਾਹ ਚੱਲਦਿਆਂ ਸਾਰਾ ਪਿੰਡ ਮੁਕਾ ਲਿਆ ਤੇ ਕੋਠੇ ਨਾਮੀ ਪਿੰਡ ਵਾਲੇ ਪਾਸੇ ਸਾਹਮਣੇ ਆ ਗਏ। ਇੱਕ ਮੰਜ਼ਲ ਪਹਿਲਾਂ ਹੀ ਉਸਨੇ ਇੱਕ ਬੰਦੇ ਨੂੰ ਭੇਜਿਆ ਸੀ ਕਿ ਉਹ ਜਾ ਕੇ ਪ੍ਰਿਥੀਆ ਨੂੰ ਖਬਰ ਦੇਵੇ, ਤੁਹਾਡਾ ਸੁਲਹੀ ਦੋਸਤ ਚੱਲ ਕੇ ਆ ਗਿਆ ਹੈ। ਤੁਹਾਨੂੰ ਮਿਲਣ ਵਾਸਤੇ ਦਿਲ ਬੜਾ ਲਲਚਾਇਆ ਹੈ। ਪ੍ਰਿਥੀਆ ਇਹ ਸੁਣ ਕੇ ਇੰਨਾ ਖੁਸ਼ ਹੋ ਗਿਆ ਜਿਵੇਂ ਗੁਰਤਾ ਪਾ ਲਈ ਹੋਵੇ। ਹੁਣ ਮੇਰਾ ਕੰਮ ਬਣਾ ਦੇਵੇਗਾ।
ਸਭ ਪ੍ਰਕਾਰ ਦੀ ਉਸਨੇ ਤਿਆਰੀ ਕੀਤੀ। ਲੱਕੜਾਂ ਅਤੇ ਅਨਾਜ ਭਾਰੀ ਮਾਤਰਾ ਵਿੱਚ ਇਕੱਠਾ ਕੀਤਾ। ਬੜਾ ਪ੍ਰਸੰਨ ਹੋਣ ਕਾਰਨ ਸਾਰੀ ਰਾਤ ਜਾਗਦਾ ਰਿਹਾ। ਬੋਲ ਬੋਲ ਕੇ ਬਹੁਤ ਉਡੀਕ ਕਰ ਰਿਹਾ ਸੀ। ਸਵੇਰ ਹੋਈ ਤਾਂ ਸੁਲਹੀ ਨੇੜੇ ਆ ਗਿਆ। ਇਹ ਸੁਣ ਕੇ ਸੁਲਹੀ ਨੂੰ ਅੱਗੇ ਜਾ ਕੇ ਲੈਣ ਗਿਆ। ਕਈ ਹੋਰ ਮਨੁੱਖਾਂ ਨੂੰ ਵੀ ਨਾਲ ਲਿਆ ਤੇ ਸੁਲਹੀ ਨੂੰ ਬੜਾ ਉਤਸ਼ਾਹ ਧਾਰ ਕੇ ਮਿਲਿਆ। ਦੋਵੇਂ ਘੋੜਿਆਂ ਤੋਂ ਉਤਰ ਕੇ ਇੱਕ ਦੂਸਰੇ ਨੂੰ ਗਲੇ ਮਿਲੇ। ਇੱਕ ਦੂਸਰੇ ਦੀ ਸੁੱਖ ਸ਼ਾਂਤ ਪੁੱਛ ਕੇ ਬਹੁਤ ਪ੍ਰਸੰਨ ਹੋਏ। ਪ੍ਰਭੂ ਤੁਹਾਡਾ ਸਦਾ ਸਹਾਈ ਹੋਵੇ ਤੇ ਤੁਹਾਡੇ ਅੰਗ ਸੰਗ ਰਹੇ। ਬਾਦਸ਼ਾਹ ਖੁਸ਼ ਹੋ ਕੇ ਸਦਾ ਤੁਹਾਨੂੰ ਚਾਹੁੰਦੇ ਰਹਿਣ। ਫਿਰ ਸੁਲਹੀ ਨੇ ਕਿਹਾ, ਤੁਹਾਡੀ ਵੱਡੀ ਕਿਰਪਾ ਹੈ। ਮੇਰੀਆਂ ਸਾਰੀਆਂ ਅਭਿਲਾਸ਼ਾਵਾਂ ਪੂਰੀਆਂ ਹੁੰਦੀਆਂ ਹਨ। ਤੇਰੇ ਕੰਮ ਹਰ ਵੇਲੇ ਮੇਰੇ ਹਿਰਦੇ ਵਿੱਚ ਵਸਦੇ ਹਨ। ਹੁਣ ਸਾਰੇ ਪੂਰੇ ਕਰਾਂਗਾ ਜਿਵੇਂ ਵੀ ਚਾਹੁੰਦੇ ਹੋ। ਪਿੱਛੇ ਕੋਈ ਝਗੜਾ ਛੱਡ ਨਾ ਜਾਵਾਂ। ਮੈਂ ਹੁਣ ਤੁਹਾਨੂੰ ਗੁਰੂ ਬਣਾਉਣ ਆਇਆ ਹਾਂ। ਸੁਲਹੀ ਨੇ ਕੋਠੇ ਪਿੰਡ ਦੇ ਬਾਹਰ-ਬਾਹਰ ਉਤਾਰਾ ਕਰ ਲਿਆ। ਸੈਨਾ ਵੀ ਨਾਲ ਹੀ ਸੀ। ਪ੍ਰਿਥੀ ਨੇ ਸਭ ਪ੍ਰਕਾਰ ਦੀ ਸੇਵਾ ਕੀਤੀ ਤੇ ਬੜਾ ਉਤਸ਼ਾਹ ਧਾਰਨ ਕੀਤਾ। ਸਲਾਹ ਕਰਨ ਵਾਸਤੇ ਦੋਵੇਂ ਇਕੱਠੇ ਹੋ ਕੇ ਬੈਠ ਗਏ। ਪ੍ਰਿਥੀ ਨੇ ਕਿਹਾ, ਹੁਣ ਕਿਸ ਤਰ੍ਹਾਂ ਕਰ ਰਹੇ ਹੋ? ਮੇਰਾ ਦੁਸ਼ਮਣ ਦਿਨ ਬ ਦਿਨ ਅਮੀਰ ਹੁੰਦਾ ਜਾਂਦਾ ਹੈ। ਉਸਨੇ ਆਪਣੇ ਪੁੱਤਰ ਦਾ ਵਿਆਹ ਰਚਾ ਕੇ ਬਹੁਤ ਧਨ ਖਰਚਿਆ ਹੈ। ਬਾਦਸ਼ਾਹ ਦਾ ਡਰ ਵੀ ਨਹੀਂ ਮੰਨਿਆ। ਹਾਕਮਾਂ ਨੂੰ ਕੁਝ ਨਹੀਂ ਜਾਣਿਆ। ਬਾਦਸ਼ਾਹ ਦੇ ਵਜ਼ੀਰ ਦੀ ਪੁੱਤਰੀ ਦਾ ਰਿਸ਼ਤਾ ਕੁੱਤਾ ਕਹਿ ਕੇ ਮੋੜ ਦਿੱਤਾ ਹੈ। ਇਸ ਲਈ ਇਹ ਅਚਰਜ ਗੱਲਾਂ ਹੋਈਆਂ ਵੇਖੀਆਂ ਹਨ। ਸਾਰਿਆਂ ਨਾਲੋਂ ਜ਼ਿਆਦਾ ਹੰਕਾਰ ਕਰਦਾ ਹੈ। ਹੁਣ ਤੱਕ ਵਾਲ ਵਿੰਗਾ ਵੀ ਨਹੀਂ ਹੋਇਆ ਹੈ। ਉਸ ਦਾ ਹੋਰ ਪ੍ਰਤਾਪ ਵੱਧਦਾ ਜਾਂਦਾ ਹੈ। ਇਹ ਸੁਣ ਕੇ ਸੁਲਹੀ ਨੇ ਧੀਰਜ ਦਿੱਤਾ। ਮੈਂ ਆਉਣ ਲੱਗੇ ਨੇ ਬਾਦਸ਼ਾਹ ਨੂੰ ਕਹਿ ਦਿੱਤਾ ਹੈ। ਫਿਰ ਚੰਦੂ ਨੂੰ ਵੀ ਸਾਰੀ ਗੱਲ ਦੱਸੀ ਹੈ। ਉਹ ਸਦਾ ਬਾਦਸ਼ਾਹ ਦੇ ਨੇੜੇ ਰਹਿੰਦਾ ਹੈ। ਪਹੁੰਚਦਿਆਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਫੜ ਲਵਾਂਗਾ ਤੇ ਕੈਦੀ ਬਣਾ ਕੇ ਕਿਸੇ ਕਿਲੇ ਵਿੱਚ ਸੁੱਟ ਦਿਆਂਗਾ। 1-2 ਮਹੀਨੇ ਇਸ ਤਰ੍ਹਾਂ ਰੱਖਾਂਗਾ। ਵੇਖ ਲਵਾਂਗਾ ਕਿ ਲੋਕ ਕੀ ਕਹਿੰਦੇ ਹਨ। ਜਦ ਲੋਕ ਕਹਿਣ ਤੋਂ ਹਟ ਜਾਣਗੇ ਤਾਂ ਰੁੱਖ ਵੇਖ ਕੇ ਬਾਦਸ਼ਾਹ ਪਾਸੋਂ ਵਾਪਸ ਲੈ ਲਵਾਂਗੇ। ਫਿਰ ਉਸ ਨੂੰ ਆਪਣੀ ਕੈਦ ਵਿੱਚ ਰੱਖਾਂਗਾ ਤੇ ਕਿਸੇ ਨੂੰ ਕਹਿ ਕੇ ਮਰਵਾ ਦਿਆਂਗਾ। ਤੁਹਾਨੂੰ ਜਗਤ ਦਾ ਗੁਰੂ ਬਣਾ ਦਿਆਂਗਾ। ਚਾਰੇ ਪਾਸਿਆਂ ਤੋਂ ਬਹੁਤ ਧਨ ਮਿਲੇਗਾ। ਸਾਰੀ ਸੰਗਤ ਤੇਰੇ ਪੈਰਾਂ ਦੀ ਪੂਜਾ ਕਰੇਗੀ। ਪੁੱਤਰ ਸਮੇਤ ਹੋਰ ਕੋਈ ਦੂਸਰਾ ਨਹੀਂ ਰਹਿਣ ਦਿਆਂਗਾ। ਮੈਂ ਤੇਰੀ ਗੱਲ ਚੰਦੂ ਨੂੰ ਨਹੀਂ ਦੱਸੀ ਹੈ। ਜਦ ਦੁਸ਼ਮਣ ਮਾਰਿਆ ਜਾਵੇਗਾ ਫਿਰ ਤੁਹਾਨੂੰ ਆਪਸ ਵਿੱਚ ਮਿਲਾ ਦਿਆਂਗਾ। ਬਾਦਸ਼ਾਹ ਤੇ ਦੀਵਾਨ ਨਾਲ ਜੇ ਤੇਰੀ ਗੱਲ ਬਣ ਜਾਵੇ ਤਾਂ ਇਹ ਬੜੀ ਵੱਡੀ ਗੱਲ ਹੋਵੇਗੀ। ਇਸ ਤਰ੍ਹਾਂ ਸਲਾਹ ਸੁਣ ਕੇ ਆਪਣੇ ਘਰ ਨੂੰ ਚਲੇ ਗਿਆ। ਸੁਲਹੀ ਰਾਤ ਨੂੰ ਸੌਂ ਗਿਆ। ਸਵੇਰ ਹੋਈ ਤਾਂ ਪ੍ਰਿਥੀ ਨੇ ਸੌਚ ਇਸ਼ਨਾਨ ਕੀਤਾ ਤੇ ਫਿਰ ਦਿਨ ਚੜ੍ਹਨ ਤੇ ਪ੍ਰਿਥੀਆ ਸੁਲਹੀ ਦੇ ਪਾਸ ਚਲਾ ਗਿਆ। ਉੱਥੇ ਜਾ ਕੇ ਸਹਿ ਸੁਭਾ ਬੈਠ ਗਿਆ। ਆਪਣੇ ਆਪ ਦੀ ਵਡਿਆਈ ਕਰਕੇ ਗੱਲ ਕਰਨ ਲੱਗਾ, ਹੇ ਦੋਸਤ ਸੁਣੋ, ਤੁਹਾਡਾ ਵੱਡਾ ਉਪਕਾਰ ਹੈ। ਤੁਸੀਂ ਮੈਨੂੰ ਇਹ ਪਿੰਡ ਦਿਵਾਇਆ ਹੈ ਤੇ ਇਸ ਵਿੱਚ ਮੈਂ ਵਸ ਰਿਹਾ ਹਾਂ। ਸੁੱਖ ਨੂੰ ਪਾ ਕੇ ਇੱਥੇ ਹੀ ਟਿਕ ਗਿਆ ਹਾਂ। ਹੁਣ ਵੱਡੇ ਮਹਿਲ ਬਣਵਾਉਣ ਲੱਗਾ ਹਾਂ। ਵੱਡੇ ਯਤਨ ਨਾਲ ਆਵੇ ਲਾਏ ਹਨ। ਇੱਟਾਂ ਪੱਕਣ ਨਾਲ ਘਰ ਬਣਾਵਾਂਗਾ। ਕਿਰਪਾ ਧਾਰ ਕੇ ਆਪ ਆਵਿਆਂ ਨੂੰ ਵੇਖੋ। ਮੇਰੀ ਪ੍ਰਸੰਨਤਾ ਨੂੰ ਆਪਣੀ ਪ੍ਰਸੰਨਤਾ ਜਾਣੋ। ਪਿੰਡ ਵਿੱਚ ਬੜੇ ਕਿਸਾਨ ਲੋਕ ਵਸਾਏ ਹਨ, ਜਿਸ ਕਰਕੇ ਹਰ ਸਮੇਂ ਬਹੁਤ ਪਦਾਰਥ ਆਉਂਦੇ ਹਨ। ਘੋੜੇ ਤੇ ਚੜ੍ਹ ਕੇ ਸਾਰੇ ਫਿਰ ਕੇ ਵੇਖੋ। ਮੈਂ ਕੱਲ੍ਹ ਨੂੰ ਤੁਹਾਡੇ ਨਾਲ ਚੜ੍ਹ ਕੇ ਜਾਵਾਂਗਾ। ਅੱਜ ਮੇਰਾ ਘਰ ਅਤੇ ਆਵੇ ਵੇਖੋ। ਤੁਹਾਨੂੰ ਵਿਖਾ ਕੇ ਮੈਨੂੰ ਬਹੁਤ ਪ੍ਰਸੰਨਤਾ ਹੋਵੇਗੀ। ਇਹ ਸੁਣ ਕੇ ਸੁਲਹੀ ਬਹੁਤ ਖੁਸ਼ ਹੋਇਆ। ਘਰ ਤੇ ਆਵੇ ਵੇਖਣ ਲਈ ਤਿਆਰ ਹੋ ਗਿਆ। ਪੁੱਤਰ ਅਤੇ ਮਿੱਤਰ ਸਾਰੇ ਨਾਲ ਚੱਲ ਪਏ। ਤਨ ਤੇ ਵਸਤਰ ਅਤੇ ਸ਼ਸਤਰ ਧਾਰਨ ਕਰ ਲਏ। ਪ੍ਰਿਥੀ ਦੇ ਹੱਥ ਨੂੰ ਆਪਣੇ ਹੱਥ ਨਾਲ ਫੜ ਲਿਆ। ਪਹਿਲਾਂ ਸਾਰੇ ਪਿੰਡ ਨੂੰ ਵੇਖਿਆ। ਹੌਲੀ-ਹੌਲੀ ਪਿੰਡ ਦੇ ਅੰਦਰ ਚਲੇ ਗਏ। ਸਾਰੇ ਘਰ ਵੇਖ ਲਏ। ਅਨੇਕ ਪ੍ਰਕਾਰ ਦੀਆਂ ਗੱਲਾਂ ਕਰਦੇ ਸਨ। ਇੱਧਰ-ਉੱਧਰ ਪ੍ਰੇਰਨਾ ਕਰਕੇ ਵੇਖਦੇ ਫਿਰਦੇ ਸਨ। ਜਿੰਨਾ ਵੀ ਪਿੰਡ ਵਸਾਇਆ ਸੀ ਉਹ ਸਾਰਾ ਵਿਖਾਇਆ। ਫਿਰ ਪਿੰਡ ਵਿੱਚੋਂ ਬਾਹਰ ਆ ਗਏ। ਫਿਰ ਆਵਿਆਂ ਵਾਲੇ ਪਾਸੇ ਚੱਲ ਪਏ, ਜਿੱਥੇ ਉੱਚੇ ਢੇਰ ਲੱਗੇ ਸਨ। ਉਹਨਾਂ ਨੂੰ ਵੇਖਣ ਲੱਗੇ। ਸੁਲਹੀ ਪ੍ਰਿਥੀ ਦੀ ਬੜੀ ਸ਼ਲਾਘਾ ਕਰ ਰਿਹਾ ਸੀ ਤੇ ਇਹ ਸੋਚ ਰਿਹਾ ਸੀ ਕਿ ਮੇਰੇ ਨਾਲ ਇਸ ਦਾ ਬਹੁਤ ਪਿਆਰ ਹੈ। ਜਦ ਆਵਿਆਂ ਤੇ ਚੜ੍ਹਨ ਲੱਗੇ ਤਾਂ ਮੂਰਖ ਦੀ ਮੌਤ ਨੇੜੇ ਆ ਗਈ। ਪ੍ਰਿਥੀ ਨੂੰ ਫਿਰ ਪਿਸ਼ਾਬ ਆ ਗਿਆ। ਪਿਸ਼ਾਬ ਕਰਨ ਲੱਗ ਗਿਆ, ਇਸ ਲਈ ਪਿੱਛੇ ਰਹਿ ਗਿਆ। ਸੁਲਹੀ ਨੇ ਆਪਣੇ ਸਾਥੀਆਂ ਨੂੰ ਕਿਹਾ, ਚਲੋ ਉੱਚੀ ਥਾਂ ਚੜ੍ਹ ਕੇ ਸਾਰੇ ਪਾਸੇ ਵੇਖੀਏ। ਖੜੇ ਹੋ ਕੇ ਚਾਰੇ ਪਾਸੇ ਵੇਖਦੇ ਹਾਂ ਤਾਂ ਕਿ ਸਾਡੀ ਨਜ਼ਰ ਦੂਰ ਅਤੇ ਨੇੜੇ ਪਹੁੰਚੇ। ਇਹ ਕਹਿ ਕੇ ਬੜੇ ਹੰਕਾਰ ਨਾਲ ਬੜੇ ਉੱਚੇ ਥਾਂ ਚੜ੍ਹ ਗਿਆ
ਤੇ ਅੱਗੇ ਨੀਵਾਂ ਥਾਂ ਨਾ ਵੇਖਿਆ। ਸਾਰਿਆਂ ਨੂੰ ਨਾਲ ਲੈ ਕੇ ਘੋੜਾ ਦੌੜਾਉਂਦਾ ਭੱਜਾ ਜਾ ਰਿਹਾ ਸੀ। ਬਹੁਤ ਹੱਠ ਕਰਨ ਨਾਲ ਸਾਹ ਵੀ ਚੜ੍ਹ ਗਿਆ ਸੀ। ਹੋਣੀ ਨੇ ਮੱਤ ਮਾਰ ਦਿੱਤੀ ਸੀ। ਹੌਲੀ ਹੌਲੀ ਚੜ੍ਹਾਈ ਨਾ ਚੜ੍ਹਿਆ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਬਣਾਇਆ ਸੀ, ਉਹਨਾਂ ਬਚਨਾਂ ਦੇ ਪੂਰਾ ਹੋਣ ਦਾ ਸਮਾਂ ਆ ਗਿਆ। ਉੱਪਰ ਸੁਆਹ ਵਿਖਾਈ ਦਿੰਦੀ ਸੀ, ਉਸ ਦੇ ਥੱਲੇ ਅੱਗ ਬਲ ਰਹੀ ਸੀ। ਉੱਪਰ ਕੁਝ ਭਸਮ ਨੂੰ ਵੇਖਿਆ, ਪਰ ਥੱਲੇ ਧੱਸ ਜਾਣ ਵਾਸਤੇ ਵੱਡਾ ਪੋਲ ਸੀ। ਜਦ ਆਪਸ ਵਿੱਚ ਭੱਜਦੇ ਪਹੁੰਚੇ ਤਾਂ ਆਵਿਆਂ ਦੀ ਚੋਟੀ ਉੱਤੇ ਚੜ੍ਹ ਗਿਆ। ਗੁਰੂ ਜੀ ਦੇ ਬਚਨਾਂ ਅਨੁਸਾਰ ਆਵਿਆਂ ਦੇ ਵਿੱਚ ਇਸ ਤਰ੍ਹਾਂ ਧੱਸ ਗਿਆ ਕਿ ਪ੍ਰਾਣਾਂ ਦੇ ਨਾਸ਼ ਹੋਣ ਤੋਂ ਬਗੈਰ ਬਚਾ ਨਹੀਂ ਸੀ ਹੋ ਸਕਦਾ। ਭਸਮ ਵਿੱਚ ਧੱਸ ਕੇ ਬੜੇ ਜ਼ੋਰ ਨਾਲ ਉਛਲਿਆ, ਪਰ ਉਸ ਥਾਂ ਵਿੱਚੋਂ ਬਾਹਰ ਨਿਕਲਿਆ ਨਾ ਗਿਆ ਤੇ ਫਿਰ ਉਸੇ ਥਾਂ ਹੀ ਜਾ ਕੇ ਡਿੱਗ ਪਿਆ। ਸਾਥੀ ਫੜਨ ਵਾਸਤੇ ਬਹੁਤ ਵਿਆਕੁਲ ਹੋਏ। ਸੁਲਹੀ ਹਾਏ ਹਾਏ ਕਰਕੇ ਬਹੁਤ ਤੜਫਿਆ। ਉਛਲ ਕੇ ਫਿਰ ਉਸੇ ਜਗ੍ਹਾ ਵਿੱਚ ਪੈ ਜਾਂਦਾ ਸੀ। ਮੂਰਖ ਦੇ ਹੱਥ ਵਿੱਚ ਗੰਡਾਸਾ ਸੀ। ਉਹ ਗੰਡਾਸਾ ਉੱਪਰ ਉਛਲ ਕੇ ਉਸ ਦੇ ਉੱਤੇ ਹੀ ਆ ਡਿੱਗਾ। ਗੰਡਾਸੇ ਦੀ ਧਾਰ ਉਸ ਦੀ ਧੌਣ ਦੇ ਉੱਤੇ ਆ ਕੇ ਡਿੱਗੀ। ਤੁਰੰਤ ਧੜ ਨਾਲੋਂ ਸਿਰ ਕੱਟ ਦਿੱਤਾ। ਅੱਗ ਦੇ ਨਾਲ ਸਰੀਰ ਪੁੜਥਾ ਹੋ ਗਿਆ, ਕਿਸੇ ਪਾਸੋਂ ਵੀ ਬਾਹਰ ਨਾ ਕੱਢਿਆ ਗਿਆ। ਮਨੁੱਖ ਬਹੁਤ ਉਤਾਵਲੇ ਸਨ, ਪਰ ਉਹਨਾਂ ਦਾ ਕੁਝ ਵੀ ਵਸ ਨਹੀਂ ਸੀ ਚੱਲਦਾ। ਨੇੜੇ ਨਹੀਂ ਸੀ ਜਾਂਦੇ, ਇੱਧਰ ਉੱਧਰ ਭੱਜੇ ਫਿਰਦੇ ਸਨ। ਕਿਸੇ ਪਾਸੋਂ ਵੀ ਬਾਹਰ ਕੱਢਣ ਵਾਸਤੇ ਪਹੁੰਚਿਆ ਨਾ ਗਿਆ। ਦੂਰ ਪਿੱਛੇ ਹਟ ਕੇ ਆ ਗਏ, ਕੋਈ ਵੀ ਚਾਰਾ ਨਾ ਚੱਲਿਆ। ਆਪਣੇ ਸਰੀਰ ਨੂੰ ਸੜਨ ਤੋਂ ਬਚਾਉਂਦੇ ਸਨ। ਜਿਹੜਾ ਸੜ ਗਿਆ ਸੀ ਉਸ ਨੂੰ ਕਿਸੇ ਨੇ ਨਾ ਕੱਢਿਆ। ਉੱਚੀ ਉੱਚੀ ਰੋ ਕੇ ਪੁਕਾਰਦੇ ਸਨ, ਓਏ ਸਾਡਾ ਸਰਦਾਰ ਸੜ ਕੇ ਮਰ ਗਿਆ ਹੈ। ਇਹ ਸੁਣ ਕੇ ਪ੍ਰਿਥਿਆ ਦੌੜ ਕੇ ਚੜ੍ਹ ਗਿਆ ਤੇ ਪੁੜਥਾ ਹੋਏ ਸੁਲਹੀ ਨੂੰ ਵੇਖਿਆ। ਬੜਾ ਯਤਨ ਕਰਕੇ ਫਿਰ ਕੱਢਿਆ। ਸਰੀਰ ਦੀ ਚਿੱਟੀ ਚਰਬੀ ਨਜ਼ਰ ਆ ਗਈ ਸੀ। ਹਾਏ ਹਾਏ ਕਹਿ ਕੇ ਪ੍ਰਿਥਿਆ ਰੋਇਆ ਤੇ ਕਹਿਣ ਲੱਗਾ, ਅਚਾਨਕ ਕੀ ਕਾਰਨ ਹੋਇਆ ਹੈ? ਮਿਹਰਬਾਨ ਦੇ ਸਮੇਤ ਪੁਕਾਰਦਾ ਸੀ ਅਤੇ ਅੱਖਾਂ ਵਿੱਚ ਬੜਾ ਪਾਣੀ ਵਹਾ ਰਿਹਾ ਸੀ। ਸੁਲਹੀਏ ਦੇ ਸਾਥੀ ਕਹਿ ਰਹੇ ਸਨ, ਅਨਿਆਈ ਮੌਤੇ ਮਰਿਆ ਹੈ। ਯਾ ਖੁਦਾ, ਇਸ ਨੂੰ ਦੋਜ਼ਖ ਪ੍ਰਾਪਤ ਹੋਵੇਗਾ। ਤੁਰਕਾਂ ਦਾ ਈਮਾਨ ਧਰਮ ਹੈ ਕਿ ਮੁਰਦੇ ਨੂੰ ਦਫਨ ਕੀਤਾ ਜਾਵੇ। ਇਹ ਸੜ ਕੇ ਮਰਿਆ ਹੈ, ਇਸ ਲਈ ਦੋਜ਼ਖ ਵਿੱਚ ਬਹੁਤ ਦੁੱਖ ਪਾਵੇਗਾ। ਫਿਰ ਉਸ ਉੱਤੇ ਦੁਸ਼ਾਲਾ ਪਾ ਦਿੱਤਾ ਤੇ ਮੰਜੀ ਉੱਤੇ ਪਾ ਕੇ ਬਾਹਰ ਕੱਢਿਆ। ਫਿਰ ਕਬਰ ਪੁੱਟ ਕੇ ਉਸ ਵਿੱਚ ਦਫਨਾ ਦਿੱਤਾ। ਸਾਰਿਆਂ ਵਿੱਚ ਬੜਾ ਦੁੱਖ ਉਤਪੰਨ ਹੋਇਆ। ਜਿਵੇਂ ਪੁੱਤਰ, ਭਰਾ, ਹਿਤਕਾਰੀ ਆਦਿ ਮਰਨ ਉੱਤੇ ਬਹੁਤ ਭਾਰੀ ਦੁੱਖ ਹੁੰਦਾ ਹੈ, ਅਜਿਹਾ ਦੁੱਖ ਪ੍ਰਿਥੀਆ ਨੇ ਪਾਇਆ। ਮਨ ਵਿੱਚ ਸੋਚਦਾ ਸੀ ਕਿ ਮੈਨੂੰ ਇਹ ਕੀ ਕਲੰਕ ਲੱਗਾ ਹੈ। ਪ੍ਰਿਥੀਆ ਭਾਰੀ ਦੁਖੀ ਹੋਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੇ ਸੁਲਹੀ ਦੇ ਸਰੀਰ ਨੂੰ ਸਾੜ ਦਿੱਤਾ। ਜਿਹੜਾ ਗੁਰੂ ਜੀ ਦਾ ਦੁਖੀ ਹੋਵੇ ਉਹ ਕਿਵੇਂ ਬਚ ਸਕਦਾ ਹੈ? ਧੁਰ ਦੇ ਮਾਰੇ ਹੋਏ ਨੂੰ ਕੌਣ ਬਚਾ ਸਕਦਾ ਹੈ? ਗੁਰੂ ਜੀ ਨੇ ਸ਼ਬਦ ਬਣਾ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਹੈ। ਉਹ ਪਾਵਨ ਸ਼ਬਦ ਇਸ ਪ੍ਰਕਾਰ ਹੈ, ਬਿਲਾਵਲ ਮਹੱਲਾ ਪੰਜਵਾਂ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ। ਸੁਲਹੀ ਹੋਏ ਮੁਆ ਨਾ ਪਾਕ, ਕਾਟ ਕੁਠਾਰ ਖਸਮ ਸਿਰ ਕਾਟਿਆ। ਖਿਨ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ। ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹਿਓ। ਸੋ ਛੋੜ ਗਿਆ ਸਭ ਭਾਈ ਸਾਖ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ। ਜਿਨ ਜਨ ਕਾ ਕੀਨੋ ਪੂਰਨ ਵਾਕ। ਵਾਹਿਗੁਰੂ ਨੇ ਮੈਨੂੰ ਸੁਲਹੀ ਤੋਂ ਬਚਾ ਲਿਆ ਹੈ। ਸੁਲਹੀ ਆਪਣੇ ਮਨੋਰਥ ਵਿੱਚ ਸਫਲ ਨਾ ਹੋਇਆ ਤੇ ਨਾਪਾਕ ਮੌਤੇ ਮਰ ਗਿਆ। ਮਾਲਕ ਨੇ ਕੁਹਾੜਾ ਚੁੱਕ ਕੇ ਉਸ ਦਾ ਸਿਰ ਵੱਢ ਦਿੱਤਾ ਤੇ ਖਿਣ ਵਿੱਚ ਉਹ ਮਿੱਟੀ ਹੋ ਗਿਆ। ਬੁਰਾ ਸੋਚਦਾ ਅਤੇ ਬੁਰਾ ਵਿਚਾਰਦਾ ਹੋਇਆ ਉਹ ਨਾਸ ਹੋ ਗਿਆ। ਜਿਸ ਨੇ ਉਸ ਨੂੰ ਪੈਦਾ ਕੀਤਾ ਸੀ ਉਸ ਨੇ ਹੀ ਉਸ ਨੂੰ ਟਕਾ ਦਿੱਤਾ ਹੈ। ਉਸ ਦੇ ਪੁੱਤਰ, ਮਿੱਤਰ ਅਤੇ ਧਨ ਵਿੱਚੋਂ ਕੁਝ ਵੀ ਨਹੀਂ ਰਿਹਾ। ਆਪਣੇ ਸਾਰੇ ਭਰਾਵਾਂ ਅਤੇ ਸੰਬੰਧੀਆਂ ਨੂੰ ਛੱਡ ਕੇ ਉਹ ਤੁਰਦਾ ਬਣਿਆ ਹੈ। ਹੇ ਨਾਨਕ, ਕਹੋ ਮੈਂ ਉਸ ਵਾਹਿਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਸ ਨੇ ਆਪਣੇ ਸੇਵਕ ਦੇ ਬਚਨ ਨੂੰ ਪੂਰਾ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਤ ਬੁਰਾ ਵਿਚਾਰਦਾ ਸੀ, ਪਰ ਆਪ ਉਸ ਨੂੰ ਮੌਤ ਵੇਖ ਰਹੀ ਸੀ। ਪਰ ਕੁਝ ਵੀ ਵਸ ਨਾ ਚੱਲਿਆ ਤੇ ਮੂਰਖ ਦੋਜ਼ਖ ਵਿੱਚ ਜਾ ਪਿਆ। ਗੁਰੂ ਜੀ ਦੇ ਦੋਖੀ ਦੀ ਸਦਾ ਦੁਰਗਤੀ ਹੀ ਹੁੰਦੀ ਹੈ। ਬੇਸ਼ੱਕ ਉਹ ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ,
ਇੰਦਰ ਆਦਿ ਦੇਵਤੇ ਵੀ ਗੁਰੂ ਜੀ ਦਾ ਦਵੈਖ ਕਰਕੇ ਸਥਿਰ ਨਹੀਂ ਰਹਿੰਦੇ। ਦੁੱਖ ਅਤੇ ਹੋਰ ਸਜ਼ਾਵਾਂ ਲੈ ਕੇ ਆਪਣੀ ਪਦਵੀ ਤੋਂ ਵੀ ਭ੍ਰਿਸ਼ਟ ਹੋ ਜਾਂਦੇ ਹਨ। ਖੇਮਾ ਦੇ ਭੰਡਾਰ ਗੁਰੂ ਜੀ ਕਦੇ ਵੀ ਗੁੱਸੇ ਵਿੱਚ ਨਹੀਂ ਆਉਂਦੇ, ਭਾਵ ਉਹ ਕਿਸੇ ਨੂੰ ਵੀ ਕ੍ਰੋਧ ਵਿੱਚ ਆ ਕੇ ਸਰਾਪ ਨਹੀਂ ਦਿੰਦੇ। ਉਹਨਾਂ ਦੋਖੀਆਂ ਦਾ ਅਗਲੀ ਦਰਗਾਹ ਵਿੱਚ ਮੂੰਹ ਕਾਲਾ ਹੁੰਦਾ ਹੈ ਤੇ ਨਾਪਾਕ ਮੌਤ ਮਰ ਕੇ ਉਹ ਨਰਕਾਂ ਵਿੱਚ ਪੈਂਦੇ ਹਨ। ਉਹਨਾਂ ਦੇ ਸਾਰੇ ਪੁੰਨਾਂ ਦਾ ਨਾਸ਼ ਹੋ ਜਾਂਦਾ ਹੈ, ਜੰਮਦੇ ਮਰਦੇ ਰਹਿੰਦੇ ਹਨ ਤੇ ਉਹਨਾਂ ਦੇ ਗਲਾਂ ਵਿੱਚ ਜਮਾਂ ਦੀ ਫਾਂਸੀ ਪੈਂਦੀ ਰਹਿੰਦੀ ਹੈ। ਇਸ ਤਰ੍ਹਾਂ ਗੁਰੂ ਜੀ ਦਾ ਦੋਖੀ ਸੁਲਹੀ ਮਰਿਆ ਅਤੇ ਤੁਰੰਤ ਘੋਰ ਨਰਕਾਂ ਵਿੱਚ ਪੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।